ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਏਜੀ ਦੀ ਨਿਯੁਕਤੀ ਤੇ, ਕਿਉਂਕਿ ਅਨਮੋਲ ਰਤਨ ਸਿੱਧੂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਨਵੇਂ ਏਜੀ ਦੀ ਨਿਯੁਕਤੀ ਦੀਆਂ ਚਰਚਾਵਾਂ ਸੀ, ਲੇਕਿਨ ਇਹ ਚਰਚਾਵਾਂ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਫਸ ਗਈਆਂ ਨੇ ਕਿ ਇਹ ਨਿਯੁਕਤੀ ਜੋ ਹੋਣ ਜਾ ਰਹੀ ਸੀ ਰੱਦ ਹੋਏਗੀ। ਆਖਿਰ ਅਸੀਂ ਇਹ ਗੱਲਬਾਤ ਕਿਉਂ ਕਹਿ ਰਹੇ ਹਾਂ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਕਾਂਗਰਸ ਦੇ ਮੰਤਰੀ ਦੀ, ਜਿਹੜੇ ਕਿ ਹੁਣ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ, ਜਿਨ੍ਹਾਂ ਖਿਲਾਫ 1 2 ਜਾਂ 3 ਨਹੀਂ 18 ਸ਼ਿਕਾਇਤਾਂ ਮਿਲੀਆਂ ਨੇ। ਸੋ ਕਿਸ ਤਰ੍ਹਾਂ ਦੇ ਹੁਣ ਕੜਿੱਕੀ ਦੇ ਵਿੱਚ ਫਸਣਗੇ, ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਾਂਗੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਆਪਣੇ ਹੀ ਮੰਤਰੀ ਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ, ਵੱਡੀ ਕਾਰਵਾਈ ਕੀਤੀ ਗਈ ਹੈ। ਕਿਸ ਤਰ੍ਹਾਂ ਦਾ ਐਕਸ਼ਨ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਤੇ ਆਪਣੇ ਉਹ ਕਿਹੜਾ ਮੰਤਰੀ ਹੈ ਜਿਸ ਦੇ ਉੱਪਰ ਇਹ ਕਾਰਵਾਈ ਹੋਈ ਹੈ, ਉਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰਾਈਮ ਮੁੱਦਾ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਸਰ, ਅੱਜ ਸਵੇਰ ਤੋਂ ਹੀ ਇੱਕ ਖਬਰ ਜੋ ਚਰਚਾ ਦੇ ਵਿੱਚ ਹੈ ਉਹ ਹੈ ਏਜੀ ਦੀ ਨਿਯੁਕਤੀ, ਕਿਉਂਕਿ ਪੁਰਾਣੇ ਏਜੀ ਅਨਮੋਲ ਰਤਨ ਸਿੱਧੂ ਜੀ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ ਤੇ ਨਵੇਂ ਏਜੀ ਵਿਨੋਦ ਘਈ ਦੇ ਆਈਜੀ ਬਣਨ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸੀ। ਭਾਵੇਂ ਕਿ ਨੋਟੀਫਿਕੇਸ਼ਨ ਨਹੀਂ ਹੋਇਆ, ਲੇਕਿਨ ਇਹ ਨਵਾਂ ਨਾਮ ਵਿਵਾਦਾਂ ਦੇ ਵਿੱਚ ਹੈ। ਆਖਿਰ ਵਿਵਾਦ ਕਿਉਂ ਸ਼ੁਰੂ ਹੋਇਆ, ਭਾਵੇਂ ਕਿ ਅਜੇ ਨਿਯੁਕਤੀ ਨਹੀਂ ਹੋਈ? ਕੀ ਕਾਰਨ ਇਹਨਾਂ ਵਿਵਾਦਾਂ ਦੇ? ਲਖਵਿੰਦਰ ਜੀ, ਤੁਹਾਡਾ ਪ੍ਰਸ਼ਨ ਬਹੁਤ ਵਾਜਬ ਆ ਤੇ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਪੰਜਾਬ ਦੇ ਅੰਦਰ ਜਿਹੜੇ ਈਜ਼ੀ ਪਿਛਲੇ ਦੌਰ 'ਚ ਹੁੰਦੇ ਲੱਗੇ ਰਹੇ ਨੇ ਤੇ ਉਹ ਕਿਹੋ ਜਿਹੇ ਵਾਦ ਵਿਵਾਦਾਂ 'ਚ ਫਸਦੇ ਰਹੇ ਆ, ਉਹਦੀ ਵੀ ਥੋੜੀ ਜਿਹੀ ਗੱਲ ਆਪਾਂ ਕਰ ਲਈਏ। ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਅਤੁਲ ਨੰਦਾ ਐਡਵੋਕੇਟ ਜਨਰਲ ਸੀ, ਜਿਹੜੇ 4.5 ਸਾਲ ਰਹੇ ਐਡਵੋਕੇਟ ਜਨਰਲ, ਪਰ ਉਸਨੇ ਪਿਓ ਦੇ ਪੁੱਤ ਨੇ ਇੱਕ ਵੀ ਕੇਸ ਰਾਜ ਸਰਕਾਰ ਨੂੰ ਜਿੱਤ ਕੇ ਨਹੀਂ ਦਿੱਤਾ, ਬਦਲੇ ਜਾਣ ਕੇ ਦੂਜੇ ਪਾਸੇ ਰਾਜ ਸਰਕਾਰ ਨੂੰ ਝੂਨਾ ਹੀ ਲਾਇਆ। ਪਤਾ ਨਹੀਂ ਪੰਜਾਬ ਦੀ ਇਹ ਸਿਆਸਤ ਦੀ ਟ੍ਰੈਜਡੀ ਕਿਹੋ ਜਿਹੀ ਆ, ਜਾਂ ਕਿਹੋ ਜਿਹੀਆਂ ਹਾਈ ਕੋਰਟ ਦੀ ਅਸੀਂ ਕਹਿ ਸਕਦੇ ਕਾਨੂੰਨੀ ਦਾਅਪੇਚ, ਕਿ ਜਿਹੜੇ ਵੀ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਂਦੇ ਆ ਉਹ ਅਕਸਰ ਵਾਦ ਵਿਵਾਦਾਂ ਦਾ ਵਿਸ਼ਾ ਬਣ ਜਾਂਦੇ ਆ। ਤੇ ਇਹ ਵਾਦ ਵਿਵਾਦ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਸਮੇਂ ਸ਼ੁਰੂ ਹੋਇਆ। ਚੰਨੀ ਨੇ ਸਰਕਾਰ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਏਪੀ ਸਿੰਘ ਦਿਓਲ ਨੂੰ ਨਿਯੁਕਤ ਕੀਤਾ ਜੀ, ਤਾਂ ਉਸੇ ਵਕਤ ਉਸ ਦਾ ਜਿਹੜਾ ਵਿਰੋਧ ਸੀ ਉਹ ਨਵਜੋਤ ਸਿੱਧੂ ਵੱਲੋਂ ਸ਼ੁਰੂ ਹੋ ਗਿਆ ਕਿ ਇਸ ਨੂੰ ਬਦਲੋ, ਇਸ ਨੂੰ ਬਦਲੋ। ਔਰ ਇੱਕ ਸਥਿਤੀ ਇਹੋ ਜਿਹੀ ਆਈ ਕਿ ਏਪੀ ਸਿੰਘ ਦਿਓਲ ਤੇ ਦੂਜੇ ਬੰਨੇ ਜਿਹੜੇ ਉਸ ਸਮੇਂ ਦੇ ਡੀਜੀਪੀ ਸਨ, ਉਹਨਾਂ ਨੂੰ ਬਦਲਣ ਵਾਸਤੇ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਆਮੋ ਸਾਹਮਣੇ ਵੀ ਆ ਗਏ। ਉਹ ਯਾਰੀ ਦੋਸਤੀ ਜਿਹੜੇ ਬੜੇ ਪਹਿਲਾਂ ਸੀ ਉਹ ਇੱਕ ਟੁੱਟਣ ਦੇ ਕਿਨਾਰੇ ਆ ਗਈ ਤੇ ਈਵਨ ਕਿ ਹਾਈ ਕਮਾਨ ਨੂੰ ਏਪੀ ਸਿੰਘ ਦਿਓਲ ਨੂੰ ਐਡਵੋਕੇਟ ਜਨਰਲ ਨੂੰ ਤਬਦੀਲ ਕਰਨ ਵਾਸਤੇ ਇੰਟਰਫੇਰੈਂਸ ਜਿਹੜੀ ਕਰਨੀ ਪਈ ਸੀ। ਫਿਰ ਜਾ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਬੰਨੇ, ਉਸ ਤੋਂ ਬਾਅਦ ਪਟਵਾਲੀਆ ਸਾਹਿਬ ਆਏ, ਉਸ ਤੋਂ ਬਾਅਦ ਜਿਹੜੇ ਹੋਰ ਇੱਕ ਜਿਹੜੇ ਨਿਯੁਕਤ ਹੋਏ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਸਨ। ਤੇ ਇਹ ਜਿਹੜੇ ਏਪੀ ਸਿੰਘ ਦਿਓਲ ਸੀ, ਇਹਦੇ ਉੱਤੇ ਨਵਜੋਤ ਸਿੱਧੂ ਨੇ ਇਹ ਇਲਜ਼ਾਮ ਲਾਇਆ ਸੀ ਕਿ ਇਹ ਉਹਨਾਂ ਵਿਅਕਤੀਆਂ ਦੇ ਕੇਸਾਂ ਦੀ ਪੈਰਵੀ ਕਰ ਰਹੇ, ਜਿਹਦੇ ਵਿੱਚ ਸੁਮੇਧ ਸੈਣੀ ਦਾ ਨਾਮ ਵੀ ਸੀ, ਤੇ ਦੂਜੇ ਪਾਸੇ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀ ਇਹ ਉਹਨਾਂ ਦੀਆਂ ਵਕੀਲ ਜਿਹੜੇ ਰਹੇ ਨੇ। ਭਾਵ ਕਿ ਉਹਦੀ ਨਿਯੁਕਤੀ ਨਵਜੋਤ ਸਿੱਧੂ ਨੇ ਉਹਤੇ ਪ੍ਰਸ਼ਨ ਚਿੰਨ੍ਹ ਕੀਤਾ ਕਿ ਇਹ ਜਿਹੜਾ ਬੰਦਾ ਕਿਸ ਤਰੀਕੇ ਨਾਲ ਇਨਸਾਫ ਦਿਵਾਊਗਾ। ਤੇ ਚਲੋ ਸਰਕਾਰਾਂ ਬਦਲੀਆਂ, ਆ ਸਿਰਫ ਮੈਂ ਵੇਰਵਾ ਤਾਂ ਦੇ ਰਿਹਾ ਕਿ ਜਿੰਨੇ ਵੀ ਐਡਵੋਕੇਟ ਜਨਰਲ ਪੰਜਾਬ ਸਰਕਾਰ ਦੇ ਬੀਤੇ ਦੌਰ ਦੇ ਵਿੱਚ ਚੰਨੀ ਦੀ ਸਰਕਾਰ ਤੋਂ ਲੈ ਕੇ ਤੇ ਭਗਵੰਤ ਮਾਨ ਦੀ ਸਰਕਾਰ ਤੱਕ ਨਿਯੁਕਤ ਹੋਏ ਵਾਦ ਵਿਵਾਦਾਂ ਦਾ ਵਿਸ਼ਾ ਰਹੇ, ਕਦੇ ਆਪਣੀ ਪਾਰਟੀ ਦੇ ਵਿੱਚ ਤੇ ਕਦੇ ਕਿਸੇ ਵੱਲੋਂ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੇ 19 ਮਾਰਚ ਨੂੰ ਅਨਮੋਲ ਰਤਨ ਸਿੰਘ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣਦੇ ਆ ਤੇ ਉਹਨਾਂ ਨੇ ਹੁਣ ਅਸਤੀਫਾ ਦੇ ਦਿੱਤਾ 4 ਮਹੀਨਿਆਂ ਬਾਅਦ ਹੀ। ਔਰ ਉਹਨਾਂ ਨੇ ਅਸਤੀਫਾ ਜਿਹੜਾ ਦਿੱਤਾ ਉਹਦੇ ਵਿੱਚ ਇਹ ਲਾਣਾ ਲਿਖਿਆ ਕਿ ਮੈਂ ਆਪਣੇ ਨਿੱਜੀ ਰੁਝੇਵਿਆਂ ਕਰਕੇ ਰਿਜ਼ਾਈਨ ਜਿਹੜਾ ਦੇ ਰਿਹਾ, ਅਸਤੀਫਾ ਦੇ ਰਿਹਾ। ਪਰ ਲਖਵਿੰਦਰ ਜੀ, ਤੁਸੀਂ ਵੀ ਸਿਆਣੇ ਜੇ, ਕੋਈ ਵੀ ਬੰਦਾ ਏਡੇ ਸ਼ਾਨ ਮਤੇ ਅਹੁਦੇ ਨੂੰ ਛੱਡਦਾ ਨਹੀਂ ਹੁੰਦਾ। ਪਤਾ ਨਹੀਂ ਕਿੰਨਾ ਕੁ ਪ੍ਰੈਸ਼ਰ ਜਾਂ ਕਿੰਨਾ ਕੁ ਬੋਝ ਹੋਊਗਾ ਜਿਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ। ਤੇ ਅੱਜ ਤੋਂ 2 ਦਿਨ ਜਾਂ 4 ਦਿਨ ਪਹਿਲਾਂ ਅਸੀਂ ਇੱਕ ਹੋਰ ਖਬਰ ਜਿਹੜੀ ਬ੍ਰੇਕ ਕੀਤੀ ਸੀ
ਕਿ ਪੰਜਾਬ ਦੇ ਇੱਕ IAS ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਵੀ ਜਿਹੜੀ ਮਤਲਬ ਸਰਵਿਸ VRS ਲੈਣ ਵਾਸਤੇ ਆਪਣੀ ਸਰਕਾਰ ਨੂੰ ਕਿਹਾ ਸੀ। ਉਹ ਵੀ ਕਾਫੀ ਉਹਨਾਂ ਦਾ VRS ਲੈਣ ਦਾ ਮਾਮਲਾ ਵੀ ਕਾਫੀ ਚਰਚਾਵਾਂ 'ਚ ਰਿਹਾ। ਤੇ ਇਹ ਜਿਹੜੇ ਹੁਣ ਉੱਚ ਕੋਟੀ ਦੇ ਅਫਸਰ ਨੇ ਜਾਂ ਇਹੋ ਜਿਹੇ ਜਿਹੜੀਆਂ ਪੋਸਟਾਂ ਦੇ ਉੱਤੇ ਲੱਗੇ ਵਿਅਕਤੀ ਨੇ, ਜੇਕਰ ਇਹ ਅਸਤੀਫਾ ਦੇ ਰਹੇ ਆ ਜਿਸ ਤਰ੍ਹਾਂ ਅਨਮੋਲ ਰਤਨ ਸਿੰਘ ਸਿੱਧੂ ਨੇ ਦੇਤਾ, ਦੂਜੇ ਪਾਸੇ ਅੰਮ੍ਰਿਤ ਕੌਰ ਗਿੱਲ ਹੋਣੀ ਜਿਸ ਤਰੀਕੇ ਨਾਲ ਉਹਨਾਂ ਨੇ VRS ਲੈਣ ਵਾਸਤੇ ਅਪਲਾਈ ਕਰਤਾ, ਤਾਂ ਇਸ ਦਾ ਸਾਫ਼ ਅਰਥ ਇਹ ਨਿਕਲਦਾ ਕਿ ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਅਫਸਰਾਂ ਨੇ ਚਲਾਉਣਾ, ਉਹਦੇ ਉੱਤੇ ਦਿੱਲੀ ਦੀ ਸਿਆਸੀ ਦਖਲਅੰਦਾਜ਼ੀ ਵਧੀ ਹੋ ਸਕਦੀ ਆ, ਜਾਂ ਅਫਸਰ ਜਾਂ ਇਹ ਐਡਵੋਕੇਟ ਜਨਰਲ ਕਿਸੇ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਕੰਮ ਕਰਨ ਦੇ ਵਿੱਚ ਪੂਰੀ ਆਜ਼ਾਦੀ ਜਿਹੜੀ ਉਹ ਮਹਿਸੂਸ ਨਹੀਂ ਕਰ ਰਹੀ, ਤਾਂ ਉਹਨਾਂ ਨੇ ਜਿਹੜਾ ਅਸਤੀਫਾ ਦੇ ਦਿੱਤਾ। ਤੇ ਹੁਣ ਤੁਹਾਡਾ ਮੈਂ ਪ੍ਰਸ਼ਨ ਵੱਲ ਆਉਣਾ। ਹੁਣ ਤੁਹਾਡਾ ਪ੍ਰਸ਼ਨ ਆ ਕਿ ਇਹ ਵਿਨੋਦ ਘਈ ਦੀ ਨਿਯੁਕਤੀ ਜਿਹੜੀ ਚਰਚਾਵਾਂ 'ਚ, ਹਾਲਾਂਕਿ ਅਜੇ ਉਹਨਾਂ ਦੀ ਨਿਯੁਕਤੀ ਦੇ ਸੰਬੰਧੀ ਲਖਵਿੰਦਰ ਜੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਪਰ ਦੂਸਰੇ ਪਾਸੇ ਇਹ ਗੱਲ ਪੱਕੀ ਆ ਕਿ ਉਹਨਾਂ ਦਾ ਨੰਬਰ ਹੀ ਜਿਹੜਾ ਉਹ ਬਤੌਰ ਐਡਵੋਕੇਟ ਜਨਰਲ ਆਉਣਾ ਆ, ਤੇ ਉਹ ਅਜੇ ਚਰਚਾਵਾਂ 'ਚ ਨੇ। ਤਾਂ ਉਹਨਾਂ ਉੱਤੇ ਇਲਜ਼ਾਮ ਇਹ ਲੱਗਣੇ ਸ਼ੁਰੂ ਹੋ ਗਏ ਨੇ ਕਿ ਰਾਮ ਰਹੀਮ ਜਿਹੜਾ ਡੇਰਾ ਸਰਸੇ ਵਾਲਾ ਖੁਫਤੀ ਸਾਧ ਆ, ਰਾਮ ਰਹੀਮ ਸਿੰਘ ਰਾਮ ਰਹੀਮ ਗੁਰਬੀਤ ਜਿਹੜਾ, ਤੇ ਉਹਦੇ ਨਾਲ ਜਿਹੜੇ ਉਹਦੇ ਚੇਲੇ ਚਾਟੜੇ ਨੇ ਜਿਹੜੇ ਬੇਅਦਬੀ ਦੇ ਕੇਸਾਂ 'ਚ ਫਸੇ ਨੇ, ਇਹ ਵਿਨੋਦ ਘਈ ਸਾਹਿਬ ਉਹਦੇ ਕੇਸਾਂ ਦੀ ਪੈਰਵੀ ਕਰਦੇ ਰਹੇ ਆ। ਇਸ ਤੋਂ ਇਲਾਵਾ ਇਹ ਸੁਮੇਧ ਸਿੰਘ ਸੈਣੀ ਦੇ ਕੇਸ ਦੀ ਵੀ ਪੈਰਵੀ ਕਰਦੇ ਰਹੇ ਆ। ਤੇ ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਇਹ ਕਥਿਤ ਤੌਰ ਤੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਰਹੇ ਨੇ। ਹੁਣ ਹਾਲਾਂਕਿ ਵਿਨੋਦ ਘਈ ਹੋਣਾ ਦਾ ਇੱਕ ਲੰਮਾ ਕ੍ਰਿਮੀਨਲ ਲਾਇਰ ਵਜੋਂ ਉਹਨਾਂ ਦਾ ਆਪਣਾ ਸਥਾਨ ਆ, ਆਪਣੇ ਕੰਮ 'ਚ ਉਹ ਪ੍ਰੋਫੈਸ਼ਨਲ, ਪੂਰਨ ਤੌਰ ਤੇ ਪ੍ਰੋਫੈਸ਼ਨਲ ਹੋ ਸਕਦੇ ਨੇ, ਤੇ ਸ਼ਾਇਦ ਪੰਜਾਬ ਸਰਕਾਰ ਨੇ ਉਹਨਾਂ ਦੀ ਇਸ ਗੁਣਵੱਤਾ ਦੇ ਆਧਾਰ ਤੇ ਹੀ ਉਹਨਾਂ ਨੂੰ ਐਡਵੋਕੇਟ ਜਨਰਲ ਲਾਇਆ ਹੋਵੇ। ਪਰ ਜਦੋਂ ਇਹੋ ਜਿਹੇ ਇਲਜ਼ਾਮ ਉਹਨਾਂ ਤੇ ਸਟਾਰਟਿੰਗ ਤੇ ਲੱਗਣਗੇ ਜਾਂ ਲੱਗ ਗਏ ਆ, ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਹ ਇਲਜ਼ਾਮ ਜਿਹੜੇ ਲਾਏ ਨੇ ਕਿ ਗੁਰਮੀਤ ਰਾਮ ਰਹੀਮ ਦੇ ਕੇਸਾਂ ਦੀ ਇਹ ਪੈਰਵੀ ਕਰਦੇ ਨੇ, ਬੇਅਦਬੀ ਦੇ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਿਨੋਦ ਘਈ, ਉਹਨਾਂ ਦੇ ਵੀ ਵਕੀਲ ਵਜੋਂ ਪੇਸ਼ ਹੋਏ ਨੇ, ਤੇ ਸੁਮੇਧ ਸਿੰਘ ਸੈਣੀ ਦੇ ਵੀ। ਤਾਂ ਫਿਰ ਲਖਵਿੰਦਰ ਜੀ, ਬੜੇ ਪੰਜਾਬ ਸਰਕਾਰ ਦੇ ਅਜਿਹੇ ਮੁੱਦੇ ਨੇ ਜਿਨ੍ਹਾਂ ਉੱਤੇ ਵਿਨੋਦ ਘਈ ਕੀ ਨਿਰਪੱਖ ਤੌਰ ਤੇ ਆਪਣੀ ਭੂਮਿਕਾ ਅਦਾ ਕਰ ਸਕਣਗੇ, ਕੀ ਆਪਣੇ ਅਹੁਦੇ ਨਾਲ ਇਨਸਾਫ ਕਰ ਸਕਣਗੇ, ਕੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਅੰਦਰ ਡਕਾਉਣਗੇ। ਜਿਸ ਮੁੱਦੇ ਤੇ ਹੁਣ 31 ਤਰੀਕ ਨੂੰ ਸਿੱਖ ਜਥੇਬੰਦੀਆਂ ਬਰਗਾੜੀ ਮੋਰਚੇ ਵਾਲਿਆਂ ਨੇ ਜਿਹੜਾ ਐਲਾਨ ਕਰਤਾ ਕਿ ਅਸੀਂ 31 ਮਾਰਚ ਨੂੰ 31 ਜੁਲਾਈ ਨੂੰ ਅਸੀਂ ਆਪਣਾ ਅਗਲਾ ਪ੍ਰੋਗਰਾਮ ਐਲਾਨਾਂਗੇ, ਜਿਸ ਦਿਨ ਹਰਜੋਤ ਬੈਂਸ ਤੇ ਦੂਜੇ ਬੰਨੇ ਕੁਲਤਾਰ ਸੰਧਵਾ ਹੋਣਗੇ ਬਰਗਾੜੀ ਮੋਰਚੇ ਤੋਂ, ਉਹਨਾਂ ਨੇ ਸਾਫ਼ ਇਨਕਾਰ ਕਰਤਾ। ਤੇ ਫਿਰ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਇੱਕ ਹੋਰ ਨਿਯੁਕਤੀ ਜਿਹੜੀ ਆ ਵਿਨੋਦ ਘਈ ਵਰਗੇ ਬੰਦੇ ਦੀ ਇੱਕ ਅਹਿਮ ਅਹੁਦੇ ਤੇ ਕਰ ਦੇਣੀ, ਇਹ ਬਿਲਕੁਲ ਉਸੇ ਤਰ੍ਹਾਂ ਦੀ ਨਿਯੁਕਤੀ ਆ ਕਿ ਜਦੋਂ AP ਸਿੰਘ ਦਿਓਲ ਦੀ ਨਿਯੁਕਤੀ ਕੀਤੀ ਗਈ ਤਾਂ ਉਸੇ ਵਕਤ ਹੀ ਰਾਤ ਨੂੰ ਸਵੇਰੇ ਨਿਯੁਕਤੀ ਹੁੰਦੀ ਹੈ ਚੰਨੀ ਸਰਕਾਰ 'ਚ, ਤੇ ਸ਼ਾਮ ਨੂੰ ਨਵਜੋਤ ਸਿੰਘ ਸਿੱਧੂ ਨੇ ਰੌਲਾ ਪਾਉਣਾ ਜਿਹੜਾ ਸ਼ੁਰੂ ਕਰਤਾ ਸੀ, ਵਾਰ-ਵਾਰ ਦਾ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਹੋ ਗਿਆ। ਤਾਂ ਸੋ ਇਹ ਸਥਿਤੀ ਆ ਵਿਨੋਦ ਘਈ ਦੀ ਆ। ਸੋ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਜਿਸ ਤਰੀਕੇ ਨਾਲ ਉਹ ਦਿਨ ਵਿਵਾਦ ਵਿਵਾਦਾਂ 'ਚ ਫਸਦੀ ਜਾ ਰਹੀ ਆ, ਵਿਵਾਦਾਂ ਦਾ ਅਨੇਕਾਂ ਤਰ੍ਹਾਂ ਦੇ ਵਿਵਾਦ ਉਹਨਾਂ ਨਾਲ ਜੁੜਦੇ ਪਏ ਆ, ਔਰ ਸਭ ਤੋਂ ਵੱਡਾ ਵਿਵਾਦ ਇਹ ਜੁੜਦਾ ਪਿਆ ਕਿ ਜਿਹੜੇ ਦਿੱਲੀ ਵਾਲੇ ਨੇ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ, ਤੇ ਪੰਜਾਬ 'ਚ ਇਸ ਵੇਲੇ 3 ਮੁੱਖ ਮੰਤਰੀ ਨੇ। ਅਸਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ, ਦੂਜਾ ਰਾਘਵ ਚੱਡਾ, ਤੇ ਤੀਜਾ ਭਗਵੰਤ ਸਿੰਘ ਮਾਨ ਹੁਣੀ ਨੇ। ਤੇ ਜਿਹੜਾ ਹੁਣ ਆਪਣੇ ਅਨਮੋਲ ਰਤਨ ਸਿੱਧੂ ਨੇ ਜਿਹੜਾ ਰੈਜ਼ਿਗਨੇਸ਼ਨ ਆਪਣਾ ਕੀਤਾ ਟਵੀਟ ਦੇ ਵਿੱਚ, ਉਹਨੇ ਤਿੰਨਾਂ ਨੂੰ ਸੰਬੋਧਨ ਕਰਕੇ ਟਵੀਟ ਕੀਤਾ ਆ, ਚੀਫ ਮਿਨਿਸਟਰ ਭਗਵੰਤ ਮਾਨ ਜੀ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ, ਤੇ ਥੱਲੇ ਰਾਘਵ ਚੱਡਾ ਜੀ। ਹੁਣ ਇਹ ਇੱਕ ਟਵੀਟ ਜਿਹੜਾ ਅਨਮੋਲ ਰਤਨ ਸਿੱਧੂ ਵੱਲੋਂ ਜਿਹੜਾ ਕੀਤਾ ਗਿਆ, ਬੜੇ ਅਹਿਮ ਪ੍ਰਸ਼ਨ ਜਿਹੜੇ ਆ ਉਹ ਛੱਡ ਜਾਂਦਾ। ਸੋ ਹੁਣ ਆਹ ਪ੍ਰਸ਼ਨ ਤਾਂ ਤੁਹਾਡਾ ਚਲੋ ਨਵੇਂ ਵਿਨੋਦ ਘਈ ਵੱਲੋਂ ਆ, ਇਹ ਸਾਰਾ ਵੇਰਵਾ ਦੱਸਣ ਦਾ ਮੈਂ ਤਾਂ ਯਤਨ ਕਰ ਰਿਹਾ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਕਿ ਇਸ ਦੀਆਂ ਜਿਹੜੀਆਂ ਕੁੰਡੀਆਂ ਨੇ ਵਿਨੋਦ ਘਈ ਦੀਆਂ ਕਿੱਥੇ ਕਿੱਥੇ ਤੱਕ ਜੁੜੀਆਂ ਨੇ, ਤੇ ਸਰਕਾਰ ਕਿਹੋ ਜਿਹੀ ਜਿਹੜੀ ਖੇਡ ਆ ਉਹ ਖੇਡਣ ਜਾ ਰਹੀ ਆ। ਦੇਖੋ, ਆਮ ਆਦਮੀ ਪਾਰਟੀ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਇੱਕ ਤਗੜਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਤੇ ਸਰਕਾਰ ਬਣਾਈ, ਪਰ ਸਰਕਾਰ ਇਹਨਾਂ 4 ਮਹੀਨਿਆਂ ਦੇ ਵਿੱਚ ਅਜੇ ਤੱਕ ਆਪਣੀ ਅਫਸਰਸ਼ਾਹੀ ਨੂੰ ਪੂਰੇ ਪੈਰਾਂ ਦੇ ਸਿਰ ਤੇ ਖੜਾ ਨਹੀਂ ਕਰ ਸਕੀ। ਕਦੇ ਚੀਫ ਸੈਕਟਰੀ ਬਦਲ ਦਿੱਤਾ ਜਾਂਦਾ, ਕਦੇ DGP ਛੁੱਟੀ ਤੇ ਭੇਜ ਦਿੱਤਾ ਜਾਂਦਾ, ਉਹਦੀ ਥਾਂ ਤੇ ਨਵਾਂ DGP ਲਾ ਦਿੱਤਾ ਜਾਂਦਾ, ਫਿਰ
ਅੱਜ ਇਹ ਅਨਮੋਲ ਰਤਨ ਸਿੰਘ ਜਿਹੜੇ ਸਿੱਧੂ ਨੇ ਇਹ ਆਪ ਹੀ ਅਸਤੀਫਾ ਦੇ ਕੇ ਸਾਈਡ ਤੇ ਹੋ ਜਾਂਦੇ ਨੇ। ਉਹਨਾਂ ਦੇ ਅਸਤੀਫਿਆਂ ਦੇ ਕੀ ਕਾਰਨ ਨੇ, ਚਲੋ ਉਹ ਆਪਾਂ ਸਵੇਰ ਦੇ ਪ੍ਰੋਗਰਾਮ ਤੁਸੀਂ ਗੱਲ ਕਰ ਚੁੱਕੇ ਜੇ, ਪਰ ਬੜੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਮ ਆਦਮੀ ਘਿਰਦੀ ਪਈ ਆ। ਤਾਂ ਫਿਰ ਲਖਵਿੰਦਰ, ਇਹੋ ਜਿਹੀ ਸਥਿਤੀ ਦੇ ਵਿੱਚ ਇਹ ਵਿਨੋਦ ਘਈ ਦੀ ਜਿਹੜੀ ਨਿਯੁਕਤੀ ਆ, ਇਹ ਭਗਵੰਤ ਮਾਨ ਦੀ ਸਰਕਾਰ ਨੂੰ ਹੋਰ ਮੁਸ਼ਕਲਾਂ ਦੇ ਵਿੱਚ ਫਸਾ ਦੂਗੀ, ਕਿਉਂਕਿ ਜਿਸ ਤਰੀਕੇ ਨਾਲ ਪੰਥਕ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮਿਲ ਗਈਆਂ ਤਾਂ ਉਹਦਾ ਮਿਲਣਾ ਮੁਨਾਸਬ ਨਹੀਂ ਸਮਝਿਆ। ਤੇ ਇਹਦਾ ਅੱਗੇ ਹੀ ਇਹੋ ਜਿਹਾ ਮੁੱਦਾ ਜਿਹੜੀ ਸਿੱਖ ਜਥੇਬੰਦੀ ਨੇ ਜਾਂ ਅਕਾਲੀ ਦਲ ਆ ਉਹ ਤੇ ਇਹੋ ਜਿਹੀਆਂ ਸਥਿਤੀਆਂ ਕ੍ਰੀਏਟ ਕਰਨੀਆਂ ਚਾਹੁੰਦਾ ਪਿਆ ਕਿ ਭਗਵੰਤ ਮਾਨ ਦੀ ਸਰਕਾਰ ਵਾਸਤੇ ਜਿਹੜੀਆਂ ਮੁਸ਼ਕਲਾਂ ਪੈਦਾ ਹੋਣ। ਤੇ ਜੇ ਹੁਣ ਵਿਨੋਦ ਘਈ ਨੂੰ ਲਿਆ ਕੇ ਇੱਥੇ ਐਡਵੋਕੇਟ ਜਨਰਲ ਲਾ ਦਿੱਤਾ ਜਾਂਦਾ ਤਾਂ ਕੁਦਰਤੀ ਤੌਰ ਤੇ ਇਹ ਲੋਕਾਂ ਦੇ ਵਾਦ ਵਿਵਾਦਾਂ ਦਾ ਵਿਸ਼ਾ ਤਾਂ ਬਣਨਗੇ, ਨਾਲ ਹੀ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਤੇ ਇਹਨਾਂ ਨੂੰ ਘੇਰ ਲੈਣਾ, ਕਿਉਂਕਿ ਜਿਸ ਮੁੱਦੇ ਤੇ ਕਿ ਅਸੀਂ 24 ਘੰਟੇ 'ਚ ਇਨਸਾਫ ਦੇਵਾਂਗੇ ਤੇ ਉਹ ਇਨਸਾਫ ਜਿੰਨੇ ਦਿਵਾਉਣਾ, ਜਿਹੜੇ ਕੋਰਟ ਦੇ ਵਿੱਚ ਬੋਲਣਾ, ਉਹ ਦੂਜੇ ਬੰਦੇ ਦਾ ਵਕੀਲ ਹੋਵੇ ਤੇ ਇਨਸਾਫ ਕਿੱਥੋਂ ਮਿਲਣਾ। ਸੋ ਇਹਦੀ ਨਿਯੁਕਤੀ ਹੋਣ ਤੋਂ ਪਹਿਲਾਂ ਹੀ ਆ ਵਾਦ ਵਿਵਾਦਾਂ ਦਾ ਉੱਠਣਾ ਪੈਦਾ ਹੋਣਾ ਆਮ ਆਦਮੀ ਪਾਰਟੀ ਨੂੰ ਫਿਰ ਬੈਕਫੁੱਟ ਤੇ ਲੈ ਜਾਏਗਾ ਤੇ ਆਉਂਦਿਆਂ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਇਸ ਪ੍ਰਸੰਗ ਵਿੱਚ ਹੋਰ ਵੀ ਪਤਲੀ ਹੋ ਸਕਦੀ ਹੈ। ਬਿਲਕੁਲ ਜੀ, ਬਿਲकुल। ਸੋ ਆਪਾਂ ਕਹਿ ਸਕਦੇ ਵੀ ਨੋਟੀਫਿਕੇਸ਼ਨ ਅਜ ਹੋਇਆ ਨਹੀਂ, ਬਾਦ ਵਿਵਾਦ ਪਹਿਲਾਂ ਸ਼ਾਇਦ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ, ਕਿਉਂਕਿ ਤਕਰੀਬਨ ਪੁਸ਼ਟੀ ਵੀ ਕਰ ਚੁੱਕੇ ਨੇ ਵਿਨੋਦ ਘਈ ਜੀ ਵੀ ਮੈਂ ਹੀ ਅਗਲਾ ਆਈਜੀ ਹੋਵਾਂਗਾ। ਸੋ ਹੋ ਸਕਦਾ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਸੋਚਣਾ ਪਵੇ ਇਸ ਮਾਮਲੇ ਦੇ ਵਿੱਚ, ਤੇ ਜਿਵੇਂ ਕਿ ਸਰਕਾਰ ਪਹਿਲਾਂ ਕਰਦੀ ਹੈ ਬੈਕਫੁੱਟ ਤੇ ਚਲੀ ਜਾਂਦੀ ਹੈ ਜਾਂ ਫਿਰ ਯੂ ਟਰਨ ਲੈਂਦੀ ਹੈ, ਇਸ ਮਾਮਲੇ ਉੱਪਰ ਵੀ ਯੂ ਟਰਨ ਲੈਂਦੀ ਹੋਈ ਨਜ਼ਰ ਆਵੇ। ਪਰ ਦੂਸਰੇ ਪਾਸੇ ਜੇ ਗੱਲ ਕਰੀਏ ਕਾਂਗਰਸ ਮੰਤਰੀ ਦੀ, ਸਾਬਕਾ ਕਾਂਗਰਸੀ ਮੰਤਰੀ ਦੀ, ਭਾਰਤ ਭੂਸ਼ਣ ਆਸ਼ੂ ਦੀ, ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਉਹਨਾਂ ਖਿਲਾਫ ਜੋ ਹੁਣ ਜਵਾਬ ਦਾਖਲ ਕੀਤਾ ਗਿਆ ਕੋਰਟ ਦੇ ਵਿੱਚ, ਉਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਵਿਰੁੱਧ 1 2 ਜਾਂ 3 ਨਹੀਂ 18 ਸ਼ਿਕਾਇਤਾਂ ਮਿਲੀਆਂ ਸੀ। ਕਿਵੇਂ ਦੇਖ ਰਹੇ ਹੋ, ਕਿੰਨੀਆਂ ਮੁਸ਼ਕਲਾਂ ਵਧਣਗੀਆਂ ਹੁਣ ਜਦੋਂ ਇਸ ਮਾਮਲੇ ਵਿੱਚ ਕਾਰਵਾਈ ਅੱਗੇ ਵਧੇਗੀ? ਦੇਖੋ, ਜਿਸ ਦਿਨ ਦੀ FIR ਭਾਰਤ ਭੂਸ਼ਣ ਆਸ਼ੂ ਤੇ ਦਰਜ ਹੋਈ ਆ, ਭਾਰਤ ਆਸ਼ੂ ਉਸੇ ਦਿਨ ਤੋਂ ਦੌੜ ਭੱਜ ਪਏ ਨੇ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਆ, ਸਿਰਫ ਇਸ ਕਰਕੇ ਕਿ ਮੈਨੂੰ ਜ਼ਮਾਨਤ ਜਿਹੜੀ ਮਿਲ ਜਾਵੇ। ਇਹ ਉਹੀ ਭਾਰਤ ਭੂਸ਼ਣ ਆਸ਼ੂ ਆ ਜਿਹੜਾ ਇੱਕ ਵਾਰੀ DSP ਬਲਵਿੰਦਰ ਸੇਖੋਂ ਨਾਲ ਗੱਲਬਾਤ ਕਰਦੇ ਹੋਏ ਉਹਨੂੰ ਇੰਨੀ ਗੱਲ ਕਹੀ ਸੀ ਕਿ ਜਾ ਕੇ ਤੂੰ ਹਾਈ ਕੋਰਟ ਨੂੰ ਕਹਿ ਦੇ ਕਿ ਮੰਤਰੀ ਨਹੀਂ ਮੰਨਦਾ। ਉਸ ਵਕਤ ਇਹੋ ਜਿਹਾ ਬੰਦਾ, ਆਕੜਖੋੜ ਬੰਦਾ, ਜਿਹੜਾ ਅਸੀਂ ਕਹਿ ਸਕਦੇ ਕਿ ਇੰਨਾ ਮੂੰਹ ਫਟ ਸੀ ਕਿ ਮਾਨਯੋਗ ਹਾਈ ਕੋਰਟ ਤੋਂ ਵੀ ਨਹੀਂ ਸੀ ਡਰਦਾ, ਤੇ ਅੱਜ ਉਸੇ ਹਾਈ ਕੋਰਟ ਦੀ ਸ਼ਰਨ 'ਚ ਜਾਣ ਵਾਸਤੇ ਤਰਲੇ ਲੈ ਰਿਹਾ ਕਿ ਮੈਨੂੰ ਕਿਸੇ ਤਰੀਕੇ ਨਾਲ ਹਾਈ ਕੋਰਟ ਜਿਹੜੀ ਉਹ ਬਚਾ ਲਵੇ। ਬੜੀ ਤਰਾਸਦਕ ਪੋਜੀਸ਼ਨ ਆ ਕਿ ਅਜੇ ਤੱਕ ਜਿਹੜਾ ਕੋਈ ਜਾਂਚ ਜਿਹੜੀ ਮੁਕੰਮਲ ਨਹੀਂ ਸੀ ਹੋਈ ਤੇ ਵਿਜੀਲੈਂਸ ਨੇ ਕੋਈ ਗੱਲਬਾਤ ਨਹੀਂ ਸੀ ਕੀਤੀ, ਤੇ ਭਾਰਤ ਭੂਸ਼ਣ ਆਸ਼ੂ ਖੁਦ ਹੀ ਚਲੇ ਗਏ ਕਿ ਮੈਨੂੰ ਤਫਤੀਸ਼ੇ ਸ਼ਾਮਲ ਕੀਤਾ ਜਾਏ ਤੇ ਜੇਕਰ ਮੈਨੂੰ ਗ੍ਰਿਫਤਾਰ ਕਰਨਾ ਤੇ 7 ਦਿਨ ਮੈਨੂੰ ਪਹਿਲਾਂ ਦੱਸਿਆ ਜਾਵੇ। ਤਾਂ ਉਹਨਾਂ ਦੀ ਇਹ ਜਿਹੜੀ ਪਟੀਸ਼ਨ ਪਾਈ ਸੀ ਭਾਰਤ ਭੂਸ਼ਣ ਆਸ਼ੂ ਦੀ, ਇਹਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਵਿਜੀਲੈਂਸ ਵਿਭਾਗ ਕੋਲ ਜਾਣਕਾਰੀ ਮੰਗੀ ਕਿ ਦੱਸੋ ਭਈ ਕੀ ਚੱਕਰ ਆ। ਤੇ ਅੱਜ ਫਿਰ ਵਿਜੀਲੈਂਸ ਵਿਭਾਗ ਵੱਲੋਂ, ਪੰਜਾਬ ਵਿਜੀਲੈਂਸ ਵੱਲੋਂ ਸਮੁੱਚਾ ਕੱਚਾ ਚਿੱਠਾ, ਸਮੁੱਚੇ ਦਸਤਾਵੇਜ਼ ਜਿਹੜੇ ਨੇ ਉਹ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਨੇ, ਤੇ ਜਿਹਦੇ ਵਿੱਚ ਹੈਰਾਨੀਜਨਕ ਤੱਥ ਇਹ ਹੋਏ ਨੇ ਕਿ ਵਿਜੀਲੈਂਸ ਨੂੰ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ 18 ਸ਼ਿਕਾਇਤਾਂ ਜਿਹੜੀਆਂ ਮਿਲੀਆਂ ਨੇ, ਤੇ 18 ਸ਼ਿਕਾਇਤਾਂ ਉਹ ਨੇ ਜਿਨ੍ਹਾਂ ਦੇ ਵਿੱਚ ਟੈਂਡਰਿੰਗ ਦੇ ਸੰਬੰਧੀ ਜਿਹੜੇ ਟੈਂਡਰ ਹੋਏ ਜੀ, ਫੂਡ ਸਪਲਾਈ ਦੇ ਸੰਬੰਧੀ, ਚੁਕਾਈ ਦੇ ਸੰਬੰਧੀ, ਸਾਰੇ ਉਹਦੇ ਨਾਲ ਸੰਬੰਧਿਤ ਨੇ। ਤੇ 2000 ਕਰੋੜ ਦਾ ਘਪਲਾ, ਜਿਹੜਾ ਛੋਟਾ ਘਪਲਾ ਨਹੀਂ ਹੈ, 2000 ਕਰੋੜ ਦਾ ਘਪਲਾ ਜਿਹੜਾ ਭਾਰਤ ਭੂਸ਼ਣ ਆਸ਼ੂ ਹੋਣਾ ਨੇ ਕਥਾ ਤੌਰ ਤੇ ਇਸ ਮੁੱਦੇ ਤੇ ਕੀਤਾ ਲੱਗਦਾ, ਤੇ ਵਿਜੀਲੈਂਸ ਜਿਹੜੀ ਆ ਉਸ ਦੀ ਜਾਂਚ ਜਿਹੜੀ ਕਰਦੀ ਪਈ ਆ। ਇਹ ਬਕਾਇਦਾ ਤੌਰ ਤੇ ਵਿਜੀਲੈਂਸ ਵਿਭਾਗ ਨੇ ਆਪਣੇ ਡਾਕੂਮੈਂਟ ਜਿਹੜੇ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ, ਤੇ ਹੁਣ ਅਗਸਤ ਮਹੀਨੇ ਦੀ ਜਿਹੜੀ ਡੇਟ ਆ ਉਹ ਦਿੱਤੀ ਗਈ ਆ। ਹੁਣ ਉਸ ਪੱਖ ਜਿਹੜੀ ਮਾਨਯੋਗ ਹਾਈ ਕੋਰਟ ਆ ਉਹਦੇ ਸੰਬੰਧੀ ਆਪਣਾ ਫੈਸਲਾ ਜਿਹੜਾ ਦੇਵੇਗੀ। ਹੁਣ ਲਖਵਿੰਦਰ ਜੀ, ਸਥਿਤੀ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦਿਨਾਂ 'ਚ ਜਿੰਨੀ ਹਨੇਰਗਰਦੀ ਮਚਾਈ ਤੇ ਜਿਸ ਤਰੀਕੇ ਨਾਲ ਹੁਣ ਭੱਜ ਦੌੜ ਕਰਦੇ ਪਏ ਨੇ, ਔਰ ਜਿਸ ਤਰੀਕੇ ਨਾਲ ਇਹ ਟੈਂਡਰ ਦਿੱਤੇ ਗਏ ਮਾਲ ਦੀ ਲਵਾਈ ਦੇ ਜਾਂ ਫੂਡ ਸਪਲਾਈ ਦੇ ਜਿਹੜਾ ਸੰਬੰਧਤ ਸੀ, ਉਹ ਸਾਰੇ ਕੁਝ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਛਵੀ ਆ ਉਹ ਤਾਂ ਖਰਾਬ ਹੋ ਹੀ ਰਹੀ ਆ। ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਗ੍ਰਿਫਤਾਰੀ ਉਹਦੀ ਕਿਸੇ ਸਮੇਂ ਵੀ ਹੋ ਸਕਦੀ ਆ, ਗ੍ਰਿਫਤਾਰੀ ਦੀ ਤਲਵਾਰ ਉਹਦੇ ਸਿਰ ਤੇ ਲਟਕਣ ਲੱਗ ਪਈ ਆ। ਤੇ ਸ਼ਾਇਦ ਇਹੋ ਹੀ ਕਾਰਨ ਆ। ਤੇ ਉਹ ਹਾਲਾਂਕਿ ਅੱਜ ਦੀ ਤਰੀਕ 'ਚ ਉਹ ਕਾਂਗਰਸ ਦੇ ਕਾਰਜਕਾਰੀ ਸਹਾਇਕ ਪ੍ਰਧਾਨ, ਜਿਸ ਤਰ੍ਹਾਂ ਕਹਿੰਦੇ ਨੇ, ਉਹ ਹੈਗੇ ਨੇ ਰਾਜਾ ਵੜਿੰਗ ਦੀ ਟੀਮ ਦੇ ਵਿੱਚ ਬਤੌਰ ਕਾਰਜਕਾਰੀ ਪ੍ਰਧਾਨ ਜਿਹੜਾ ਉਹਨਾਂ ਨੂੰ ਲਾਇਆ ਹੋਇਆ, ਪਰ ਜਦੋਂ ਦਾ
ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਤੇ ਪਰਚਾ ਫਿੱਟ ਕੀਤਾ, FIR ਲਾਂਚ ਹੋਈ ਜਾਂ ਨਹੀਂ ਹੋਈ, ਜੇ ਵਿਜੀਲੈਂਸ ਦੀ ਜਾਣਕਾਰੀ ਜਿਹੜੀ ਚੱਲ ਰਹੀ ਆ, ਉਦੋਂ ਤੋਂ ਉਹਨਾਂ ਨੇ ਪਬਲਿਕ ਸਮਾਗਮਾਂ ਦੇ ਵਿੱਚ ਜਾਣਾ ਵੀ ਘੱਟ ਕਰਤਾ। ਤੁਸੀਂ ਵੇਖ ਲਓ ਭਾਰਤ ਭੂਸ਼ਣ ਆਸ਼ੂ ਦੀ ਕੋਈ ਵੀ ਐਕਟੀਵਿਟੀ ਬੀਤੇ 1.5 ਮਹੀਨੇ ਤੋਂ, ਬੀਤੇ ਸਵਾ ਮਹੀਨੇ ਤੋਂ ਕਿਤੇ ਨਜ਼ਰ ਨਹੀਂ ਆਈ, ਜਦੋਂ ਕਿ ਹਰ ਪ੍ਰੋਗਰਾਮ ਦੇ ਵਿੱਚ ਜਾ ਕੇ ਜਦੋਂ ਉਹ ਸਰਕਾਰੀ ਦਰ ਜਦੋਂ ਮੰਤਰੀ ਹੁੰਦੇ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਬਾਡੀ ਲੈਂਗੁਏਜ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦਾ ਲਿਹਾਜ਼ਾ ਹੁੰਦਾ ਸੀ। ਸੋ ਉਹਨਾਂ ਨੂੰ ਵੀ ਇਸ ਗੱਲ ਦਾ ਮਹਿਸੂਸ ਹੋਣਾ ਲੱਗ ਪਿਆ ਕਿ ਵਿਜੀਲੈਂਸ ਕਿਸੇ ਸਮੇਂ ਵੀ ਉਹਨਾਂ ਤੋਂ ਫੜ ਸਕਦੀ ਹੈ ਜਾਂ ਛਾਪੇਮਾਰੀ ਕਰ ਸਕਦੀ ਹੈ। ਤਾਂ ਇਹ ਭਾਰਤ ਭੂਸ਼ਣ ਆਸ਼ੂ ਵਾਸਤੇ ਇਹ 18 ਸ਼ਿਕਾਇਤਾਂ ਜਿਹੜੀਆਂ ਵਿਜੀਲੈਂਸ ਨੇ ਦੱਸਿਆ ਬਹੁਤ ਵੱਡੇ ਘਬੜੇ ਦਾ ਸੰਦੇਸ਼ ਨੇ। ਤੇ ਦੂਜੇ ਪਾਸੇ ਭਗਵੰਤ ਮਾਨ ਹੋਣੀ ਜਿਸ ਤਰੀਕੇ ਨਾਲ ਇਹਨਾਂ ਦੇ ਦਿਵਾੜੇ ਹੋਏ ਨੇ ਭ੍ਰਿਸ਼ਟਾਚਾਰ ਦੇ ਖਿਲਾਫ, ਤੇ ਆਉਂਦਿਆਂ ਦਿਨਾਂ 'ਚ ਹੋ ਸਕਦਾ ਕਿ ਜੁਲਾਈ ਦੇ ਉਹ ਮਾਫ ਕਰਨਾ ਅਗਸਤ ਤੋਂ ਪਹਿਲਾਂ ਹੀ ਕਾਰਵਾਈ ਜਿਹੜੀ ਆ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਹੋ ਜਾਵੇ। ਬਾਕੀ ਕਾਂਗਰਸ ਵਾਸਤੇ ਮੇਰਾ ਖਿਆਲ ਅੱਜ ਕੱਲ ਦਿਨ ਜਿਹੜੇ ਬਹੁਤ ਮਾੜੇ ਨੇ। ਅੱਜ ਵੀ ਸਾਰਾ ਦਿਨ ਦਿੱਲੀ 'ਚ ਕਾਂਗਰਸੀ ਸੜਕਾਂ ਤੇ ਰਹੇ, ਸਿਰਫ ਇਸ ਕਰਕੇ ਕਿ ਸੋਨੀਆ ਗਾਂਧੀ ED ਦੇ ਸਾਹਮਣੇ ਪੇਸ਼ ਨਹੀਂ ਹੋਏਗੀ। ਰਾਹੁਲ ਗਾਂਧੀ ਜ਼ਮੀਨ ਤੇ ਬਹਿ ਗਏ, ਉੱਥੋਂ ਚੁੱਕਿਆ ਉਹਨਾਂ ਨੂੰ, ਫਿਰ ਉਹਨਾਂ ਨੂੰ ਗ੍ਰਿਫਤਾਰੀ ਪਾਈ ਗਈ। ਤਾਂ ਜੇਕਰ ਇੱਕ ਪਾਸੇ ਤਾਂ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣ ਦੀ ਗੱਲ ਕਰਦੇ ਹਾਂ, ਔਰ ਰਾਜਾ ਵੜਿੰਗ ਹੋਣੀ ਜਿਸ ਤਰੀਕੇ ਨਾਲ ਕਹਿੰਦੇ ਹੁੰਦੇ ਕਿ ਬਿਲਕੁਲ ਅਸੀਂ ਸਰਕਾਰ ਦੇ ਨਾਲ ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ, ਤੇ ਜੇਕਰ ਹੁਣ ਕੋਈ ਏਜੰਸੀ, ਕੇਂਦਰੀ ਏਜੰਸੀ ਜਾਂ ਪੰਜਾਬ ਦੀ ਏਜੰਸੀ ਜਿਹੜੀ ਆ ਕੋਈ ਜਾਂਚ ਕਰਦੀ ਆ, ਤਾਂ ਉਹਨੂੰ ਕਰ ਲੈਣੀ ਦੇਣੀ ਚਾਹੀਦੀ ਆ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਨਿੱਤਰ ਕੇ ਸਾਹਮਣੇ ਆਵੇ। ਜ਼ਰੂਰੀ ਤਾਂ ਨਹੀਂ ਹੈਗਾ ਕਿ ਸਾਰੇ ਦੁੱਧ ਦੇ ਨਾਤੇ ਹੀ ਹੁੰਦੇ ਆ। ਜੇ ਦੁੱਧ ਦੇ ਨਾਤੇ ਹੋਣਗੇ ਫਿਰ ਕੋਈ ਖਤਰਾ ਕੋਈ ਨਹੀਂ, ਤੇ ਜੇਕਰ ਕਿ ਜ਼ੁਲਮ ਦੇ ਵਿੱਚ ਇਨਵੋਲਵ ਹੋਣਗੇ ਤਾਂ ਸਜ਼ਾ ਮਿਲ ਜੂਗੀ। ਇਹਦੇ ਨਾਲ ਤਾਂ ਕਾਂਗਰਸ ਪਾਰਟੀ ਦਾ ਕੱਦ ਜਿਹੜਾ ਵਧੇਗਾ। ਸੋ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੀ ਇਹ ਚਾਹੀਦਾ ਕਿ ਇਹੋ ਜਿਹੇ ਧਰਨੇ ਸ਼ਰਦੇ ਲਾ ਕੇ ਆਪਣੀ ਫੋਕੀ ਰਾਜਨੀਤੀ ਨੂੰ ਨਾ ਚਮਕਾਉਣ, ਕਿਉਂਕਿ ਇਸ ਵੇਲੇ ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਕਿਤੇ ਵੀ ਬੈਟਰ ਜਿਹੜੀ ਆ ਉਹ ਨਜ਼ਰ ਜਿਹੜੀ ਆ ਨਹੀਂ ਆ ਰਹੀ, ਚਾਹੇ ਕਿਸੇ ਰਾਜ ਦੀ ਗੱਲ ਹੋਵੇ, ਚਾਹੇ ਕੇਂਦਰ ਦੀ ਗੱਲ ਹੋਵੇ। ਖੈਰ ਭਾਰਤ ਭੂਸ਼ਣ ਆਸ਼ੂ ਵਾਸਤੇ ਜਿਹੜੇ ਆਉਂਦੇ ਦਿਨ ਨੇ ਉਹ ਚਿੰਤਾਜਨਕ ਜਿਹੜੇ ਹੋ ਸਕਦੇ ਨੇ, ਮੁਸ਼ਕਲਾਂ ਭਰੇ ਹੋ ਸਕਦੇ ਆ। ਬਿਲਕੁਲ ਜੀ, ਆਸ਼ੂ ਦੇ ਤਾਂ ਦਿਨ ਜੋ ਤੁਸੀਂ ਦੱਸ ਰਹੇ ਹੋਗੇ ਵੀ ਚਿੰਤਾਜਨਕ ਹੋਣਗੇ। ਤੁਸੀਂ ਗੱਲ ਕਹੀ ਸੀਗੀ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਉਹਨੂੰ ਘੇਰਨ ਲੱਗੇ ਨੇ ਜਾਂ ਉਹ ਦੁਆਲੇ ਹੋਏ ਨੇ। ਭਗਵੰਤ ਸਿੰਘ ਮਾਨ ਇਕੱਲੇ ਭਾਰਤ ਭੂਸ਼ਣ ਆਸ਼ੂ ਜਾਂ ਗਿਲਜੀਆ ਦੇ ਦੁਆਲੇ ਹੀ ਨਹੀਂ ਹੋਏ, ਆਪਣੇ ਹੀ ਮੰਤਰੀਆਂ ਦੇ ਖਿਲਾਫ ਵੀ ਉਹ ਸਖਤ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਇੱਕ ਵੱਡੀ ਕਾਰਵਾਈ ਉਹਨਾਂ ਦੇ ਵੱਲੋਂ ਆਪਣੇ ਹੀ ਮੰਤਰੀ ਦੇ ਖਿਲਾਫ ਹੋਈ ਹੈ, ਜਿੱਥੇ ਕਿ 2 ਮਹੀਨਿਆਂ ਦੇ ਵਿੱਚ ਆਪਣੇ ਬਰਖਾਸਤ ਮੰਤਰੀ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਜੋ ਚਾਰਜ ਸ਼ੀਟ ਹੈ ਉਹ ਵੀ ਦਾਖਲ ਕਰ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ। ਕਿਵੇਂ ਦੇਖ ਰਹੇ ਹੋ, ਕਿੰਨਾ ਵੱਡਾ ਝਟਕਾ ਹੋਏਗਾ ਵਿਜੇ ਸਿੰਗਲਾ ਦੇ ਲਈ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸਾਰੇ ਸਬੂਤ ਜਟਾ ਪਾਏਗੀ? ਕਿਉਂਕਿ ਇਹ ਡਿਨਾਈ ਕਰਦੇ ਹੋਏ ਨਜ਼ਰ ਆਏ ਨੇ ਵਿਜੇ ਸਿੰਗਲਾ ਕਿ ਮੈਂ ਕੋਈ ਕਰਪਸ਼ਨ ਕੀਤੀ ਨਹੀਂ, ਮੇਰੇ ਕੋਲੋਂ ਕੁਝ ਮਿਲਿਆ ਨਹੀਂ, ਰਿਮਾਂਡ ਦੌਰਾਨ ਨਹੀਂ ਮਿਲਿਆ, ਤੇ ਮੈਂ ਬਿਲਕੁਲ ਪਾਕ ਪਵਿੱਤਰ ਆਂਗਾ। ਕਿਵੇਂ ਦੇਖ ਰਹੇ ਹੋ, ਕੌਣ ਸੱਚ ਕੌਣ ਝੂਠ? ਦੇਖੋ ਲਖਵਿੰਦਰ ਜੀ, ਜਦੋਂ ਹੁਣ ਮਸਲਾ ਇਹ ਅਦਾਲਤ 'ਚ ਹੈਗਾ, ਮਾਨਯੋਗ ਅਦਾਲਤ ਦੇ ਵਿੱਚ ਜੀ, ਤਾਂ ਇਹਦੇ ਉੱਤੇ ਸਾਡਾ ਕਿੰਤੂ ਪਰੰਤੂ ਕਰਨਾ ਜਿਹੜਾ ਉਹ ਬਣਦਾ ਨਹੀਂ ਆ, ਕੌਣ ਸੱਚਾ ਕੌਣ ਝੂਠਾ, ਕਿਉਂਕਿ ਹੁਣ ਮਸਲਾ ਲਿਟੀਗੇਸ਼ਨ ਦਾ ਹੈ। ਬਾਕੀ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਆਪਣੇ ਹੀ ਬਰਖਾਸਤ ਕੀਤੇ ਮੰਤਰੀ ਦੇ ਖਿਲਾਫ 2 ਮਹੀਨਿਆਂ ਦੇ ਵਿੱਚ ਚਾਰਜ ਸ਼ੀਟ ਜਿਹੜੀ ਉਹ ਦਾਖਲ ਕਰ ਦਿੱਤੀ ਆ ਕੋਰਟ ਦੇ ਵਿੱਚ, ਇਸ ਤੋਂ ਸਾਫ਼ ਤੇ ਸਪਸ਼ਟ ਸੰਕੇਤ ਇਹ ਮਿਲਦਾ ਕਿ ਭਗਵੰਤ ਮਾਨ ਹੁਣੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜ਼ੀਰੋ ਟੋਲਰੈਂਸ ਦਾ ਕੰਮ ਕਰ ਰਹੇ ਆ, ਤੇ ਜਲਦ ਤੋਂ ਜਲਦ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਮੂਡ ਦੇ ਵਿੱਚ ਹੈਗੇ ਆ। ਤੇ ਇਹ ਇੱਕ ਸੰਕੇਤ ਵੀ ਹੈਗਾ ਕਿ ਜੇ ਉਹ ਆਪਣੇ ਮੰਤਰੀ ਦੇ ਖਿਲਾਫ ਇੰਨੇ ਜਲਦੀ ਚਾਰਜ ਸ਼ੀਟ ਦਾਖਲ ਕਰ ਸਕਦੇ ਤੇ ਫਿਰ ਸਾਧੂ ਸਿੰਘ ਧਰਮਸੋਤ ਵੀ ਜ਼ਿਆਦਾ ਦਿਨਾਂ ਦਾ ਪ੍ਰਾਹੁਣਾ ਨਹੀਂ, ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਪ੍ਰਕਿਰਿਆ ਆ ਉਹ ਜਿਹੜੀ ਸ਼ੁਰੂ ਹੋ ਜਾਣੀ ਆ। ਇਹ ਇੱਕ ਸਾਫ਼ ਸੰਕੇਤ ਹੈਗਾ। ਤੇ ਬਾਕੀ ਰਹੀ ਵਿਜੇ ਸਿੰਗਲੇ ਦੀ ਇਹ ਗੱਲ ਕਿ ਮੈਂ ਇੱਕ ਪੈਸੇ ਦੀ ਹੇਰਾਫੇਰੀ ਨਹੀਂ ਕੀਤੀ। ਲਖਵਿੰਦਰ ਜੀ, ਤੁਸੀਂ ਆਪ ਸਿਆਣੇ ਜੇ, ਕੋਈ ਵੀ ਬੰਦਾ ਹੋਵੇ ਜਿਹਦੇ ਉੱਤੇ ਇਹੋ ਜਿਹਾ ਦੋਸ਼ ਆਇਦ ਹੋਣ ਕਿ ਉਹ ਵਿਅਕਤੀ ਕਦੀ ਮੰਨਿਆ ਕਿ ਹਾਂਜੀ ਭਾਈ ਸਾਹਿਬ ਮੈਂ ਕੀਤਾ। ਈਵਨ ਕਿ ਸਾਧੂ ਸਿੰਘ ਧਰਮਸੋਤ ਵਰਗੇ ਸਾਰੇ ਜੱਗ ਜਾਹਰ ਨੂੰ ਪਤਾ ਹੀ ਇਹਨੇ ਬੱਚਿਆਂ ਦਾ ਵਜ਼ੀਫਾ ਖਾਦਾ, ਸ਼ੁਰੂ ਕਾਸਟ ਬੱਚਿਆਂ ਦਾ, ਤੇ ਉਸ ਵਕਤ ਵੀ ਕਹਿੰਦਾ ਸੀ ਕਿ ਨਹੀਂ ਮੈਂ ਕੁਝ ਨਹੀਂ ਖਾਦਾ। ਤੇ ਈਵਨ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਜੇਬ ਚੋਂ ਕਲੀਨ ਚਿੱਟ ਕੱਢ ਕੇ ਉਹਦੇ ਹੱਥ 'ਚ ਫੜਾ ਦਿੰਦੇ ਕਿ ਹਾਂ ਵੀ ਇਹਨੇ ਕੁਝ ਨਹੀਂ ਖਾਦਾ। ਹੁਣ ਉਹ ਬੰਦਾ ਜੇਲ੍ਹ ਦੇ ਅੰਦਰ ਆ ਤੇ ਸਬੂਤ ਉਹਦੇ ਖਿਲਾਫ ਵੀ ਇਕੱਠੇ ਨੇ, ਪਰ ਉਹ ਵੀ ਬਾਹਰ ਆਣ ਕੇ ਕਹਿੰਦਾ ਮੇਰੇ ਖਿਲਾਫ ਬਦਲਾ ਲਓ, ਕਾਰਵਾਈ ਹੋ ਰਹੀ ਆ। ਉਹੋ ਹੀ ਸੰਗਤ ਸਿੰਘ ਗਿਲਜੀਆ ਕਹਿ ਰਿਹਾ। ਸੋ ਵੇਖੋ, ਇਹ ਤਾਂ ਇੱਕ ਜੱਗ ਜ਼ਾਹਰ ਗੱਲ ਆ ਕਿ ਜਿੱਦਾਂ ਮਰਜ਼ੀ ਬੰਦਾ ਅਪਰਾਧੀ ਹੋਵੇ, ਉਹਨੇ ਕਦੇ ਇੰਨੀ ਗੱਲ ਨਹੀਂ ਕਹਿਣੀ ਕਿ ਹਾਂਜੀ ਮੈਂ ਦੋਸ਼ੀ ਆ, ਮੈਂ ਇਹ ਕੰਮ ਕੀਤਾ। ਕਿਹੜਾ ਕੋਈ ਮਾਂ ਦਾ ਲਾਲ ਏਦਾਂ ਹੋਊਗਾ ਕਿ ਜਿਹੜਾ ਇੰਨੀ ਗੱਲ ਕਹੂਗਾ ਜੀ ਹਾਂਜੀ ਮੈਂ ਕਰਪਸ਼ਨ ਕੀਤੀ ਆ, ਫੜ ਲਓ ਮੈਨੂੰ। ਲੋਕੀ ਦੇ ਭਾਈ ਸਾਹਿਬ ਇਸ ਤਰ੍ਹਾਂ ਲਖਵਿੰਦਰ ਜੀ, ਡੱਬ 'ਚ ਪਿਸਤੌਲ ਹੁੰਦਾ ਤਾਂ ਲੋਕੀ ਗੁਰੂ ਘਰ ਵੱਲ ਮੂੰਹ ਕਰਕੇ ਸਹੁੰ ਖਾ ਜਾਂਦੇ ਕਿ ਮੇਰੇ ਕੋਲ ਹੈ ਕੋਈ ਨਹੀਂ, ਕਹਿੰਦੇ ਕੋਈ ਨਹੀਂ ਬਾਬੇ ਨੂੰ ਬਾਅਦ 'ਚ ਮਨਾ ਲਾਂਗੇ, ਬਾਕੀ ਗੱਲ ਹੁਣ ਤੇ ਬਚਣ ਦੀ ਗੱਲ ਆ। ਇਹੋ ਜਿਹੇ ਹਾਲਾਤ ਵੀ ਆਪਾਂ ਵੇਖੇ ਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਸਥਿਤੀ ਆ ਵਿਜੇ ਸਿੰਗਲਾ ਦੀ, ਉਹ ਜੋ ਮਰਜ਼ੀ ਕਹੀ ਜਾਵੇ, ਪਰ ਹੁਣ ਮਸਲਾ
ਕੋਰਟ ਅਧੀਨ ਆ। ਹੁਣ ਕੋਰਟ ਨੇ ਵੇਖਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਆ, ਤੇ ਸਰਕਾਰ ਦੀ ਇਹ ਕੋਸ਼ਿਸ਼ ਹੋਏਗੀ ਕਿ ਕੋਰਟ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਬੈਕਫੁੱਟ ਤੇ ਨਾ ਜਾਵੇ, ਕਿਉਂਕਿ ਅੱਗੇ ਬੈਕਫੁੱਟ ਤੇ ਜਾਣ ਨਾਲ ਸਰਕਾਰ ਦੀ ਕਾਫੀ ਮਸਲਿਆਂ ਦੇ ਵਿੱਚ ਬਦਨਾਮੀ ਹੋਈ ਆ। ਸੋ ਆਉਣ ਵਾਲਾ ਜਿਹੜਾ ਸਮਾਂ ਦੱਸੇਗਾ ਕਿ ਸਰਕਾਰ ਇਸ ਕੇਸ ਨੂੰ ਕਿਸ ਤਰੀਕੇ ਨਾਲ ਹੱਲ ਕਰਦੀ ਹੈ ਜਾਂ ਕਿਸ ਤਰੀਕੇ ਨਾਲ ਗੰਭੀਰਤਾ ਨਾਲ ਇਸ ਕੇਸ ਨੂੰ ਅਦਾਲਤ 'ਚ ਪੇਸ਼ ਕਰਦੀ ਹੈ। ਜੀ ਬਿਲਕੁਲ ਜੀ, ਬਿਲਕੁਲ। ਸੋ ਕੁਝ ਸਮੇਂ ਦੀ ਹੁਣ ਦੇਰੀ ਹੈ, ਕਿਉਂਕਿ ਚਾਰਜਸ਼ੀਟ ਦਾਖਲ ਹੋਈ, ਸੁਣਵਾਈ ਸ਼ੁਰੂ ਹੋਏਗੀ ਕਿ ਸਰਕਾਰ ਕਿੰਨੇ ਸਬੂਤ ਜੁਟਾ ਪਾਏਗੀ, ਕਿੰਨੇ ਸਬੂਤ ਪੇਸ਼ ਕਰੇਗੀ। ਕਿਉਂਕਿ ਅੱਜ ਮੈਂ ਪਹਿਲਾਂ ਵੀ ਕਿਹਾ ਸੀ, ਵਿਜੇ ਸਿੰਗਲਾ ਜੀ ਡਿਨਾਈ ਕਰਦੇ ਨਜ਼ਰ ਆਏ ਨੇ ਕਿ ਉਹਨਾਂ ਖਿਲਾਫ ਕੋਈ ਵੀ ਸਬੂਤ ਨਹੀਂ। ਇਹ ਤਾਂ ਸਿਰਫ ਵਿਰੋਧੀ ਪਾਰਟੀਆਂ ਦੀ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਇੱਕ ਨੀਤੀ ਸੀ। ਸੋ ਅਣਖੀ ਸਰ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ, ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।